हाँ जी प्यारे साथियों सत श्री अकाल साਰਿਆਂ ਨੂੰ ਸਵਾਗਤ ਆ ਅੱਜ ਦੀ ਕਲਾਸ ਦੇ ਵਿੱਚ। ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਪੋਲੀਟੀਕਲ ਇੰਡੀਅਨ ਪੋਲੀਟੀਕਲ ਆਪਾਂ ਸਟਾਰਟ ਕੀਤੀ ਸੀ, ਜਿਹਦੇ ਵਿੱਚ ਆਪਣੀ ਪਹਿਲੀ ਕਲਾਸ ਕੰਪਲੀਟ ਹੋ ਚੁੱਕੀ ਆ। ਤੇ ਆਪਾਂ ਸਟਾਰਟ ਕੀਤਾ ਸੀਗਾ ਕਿ ਭਾਰਤੀ ਸੰਵਿਧਾਨ ਦਾ ਇਤਿਹਾਸਿਕ ਪਿਛੋਕੜ ਕੀ ਹੈਗਾ, ਕੀ ਉਹਦੀ ਪੋਲੀਟੀਕਲ ਬੈਕਗਰਾਉਂਡ ਹੈਗੀ ਹੈ। ਤੇ ਜਦੋਂ ਅਸੀਂ ਬੈਕਗਰਾਉਂਡ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਕੁਝ ਇੰਪੋਰਟੈਂਟ ਐਕਟ ਪੜ੍ਹਨੇ ਪੈਂਦੇ ਆ, ਠੀਕ ਆ। ਤੇ ਜਿਹੜੇ ਆਪਣੇ ਐਕਟ ਹੈਗੇ ਉਹਨਾਂ ਨੂੰ ਆਪਾਂ ਦੋ ਤਰੀਕੇ ਨਾਲ ਸਟਾਰਟ ਕੀਤਾ ਸੀਗਾ, ਠੀਕ ਆ। ਇੱਕ ਆਪਾਂ ਈਸਟ ਇੰਡੀਆ ਦੇ ਤਹਿਤ ਈਸਟ ਇੰਡੀਆ ਕੰਪਨੀ ਆ, ਜਿਹੜੀ ਈਸਟ ਇੰਡੀਆ ਕੰਪਨੀ, ਇਹਦੇ ਤਹਿਤ ਜਿਹੜੇ ਐਕਟ ਪਾਸ ਹੋਏ ਉਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਕੀਤਾ, ਠੀਕ ਆ। ਇਹ ਆਪਣੇ ਕੰਪਲੀਟ ਹੋ ਚੁੱਕੇ ਆ। ਪਰ ਜਿਹੜੇ ਬ੍ਰਿਟਿਸ਼ ਕਰਾਊਨ ਦੁਆਰਾ ਪਾਸ ਕੀਤੇ ਗਏ ਐਕਟ ਸੀਗੇ, ਬ੍ਰਿਟਿਸ਼ ਕਰਾਊਨ ਦੁਆਰਾ ਪਾਸ ਕੀਤੇ ਗਏ ਜਿਹੜੇ ਐਕਟ ਸੀਗੇ, ਉਹਨਾਂ ਨੂੰ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਕਿਹੜੇ ਕਿਹੜੇ ਹੈਗੇ ਆ। ਪਰ ਇਹ ਆਪਣੇ ਡਿਟੇਲ ਦੇ ਵਿੱਚ ਰਹਿੰਦੇ ਸੀ ਕਰਨ ਵਾਲੇ। ਜਿਹੜੇ ਈਸਟ ਇੰਡੀਆ ਕੰਪਨੀ ਦੇ ਪਾਰਟ 1 ਦੇ ਵਿੱਚ ਆਪਾਂ ਜਿਹੜੇ ਐਕਟ ਆ ਉਹ ਕਰ ਚੁੱਕੇ ਆ। ਪਾਰਟ 1 ਆਪਣਾ ਕਲਾਸ 1 ਦਾ ਪਾਰਟ 1 ਜਿਹੜਾ ਆਪਣਾ ਉਹ ਕੰਪਲੀਟ ਹੋ ਚੁੱਕਾ ਵਾ। ਪਾਰਟ 1 ਦੇਖ ਕੇ ਫਿਰ ਹੀ ਤੁਸੀਂ ਪਾਰਟ 2 ਤੇ ਆਉਣਾ ਵਾ। ਇਹਦੇ ਨਾਲ ਕੀ ਹੋਊਗਾ ਵੀ ਜਿੰਨੇ ਵੀ ਇੰਪੋਰਟੈਂਟ ਐਕਟ ਹੈਗੇ ਆ ਇਹਦੇ ਨਾਲ ਤੁਹਾਡੇ ਕੰਪਲੀਟ ਹੋ ਜਾਣਗੇ। ਤੇ ਕਿਤੇ ਵੀ ਕਿਸੇ ਵੀ ਇੱਧਰ ਉੱਧਰ ਚੈਨਲ ਤੇ ਜਾਂ ਕਿਸੇ ਹੋਰ ਇੱਧਰੋਂ ਬੁੱਕਸ ਤੋਂ ਕਿਤੇੋਂ ਵੀ ਤੁਹਾਨੂੰ ਐਕਟ ਜਿਹੜੇ ਆ ਪੜ੍ਹਨ ਦੀ ਲੋੜ ਨਹੀਂ ਪਊਗੀ। ਸੋ ਜਿਨ੍ਹਾਂ ਨੇ ਵੀ ਪਾਰਟ 2 ਦੇਖਣ ਆਏ ਆ ਜਿਹੜੇ ਸਟੂਡੈਂਟ, ਉਹਨਾਂ ਨੇ ਪਾਰਟ ਪਹਿਲਾ ਜਿਹੜਾ ਵਾ ਜ਼ਰੂਰ ਦੇਖਣਾ ਵਾ। ਸੋ ਅੱਜ ਆਪਾਂ ਸਟਾਰਟ ਕਰਨੇ ਆ ਬ੍ਰਿਟਿਸ਼ ਕਰਾਊਨ ਦੁਆਰਾ ਪਾਸ ਕੀਤੇ ਗਏ ਐਕਟ। ਜਿਨ੍ਹਾਂ ਨੇ ਪਹਿਲਾਂ ਕਲਾਸ ਦੇਖੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ, ਠੀਕ ਆ। ਤੇ ਅੱਜ ਆਪਣਾ ਹੈਗਾ ਵਾ ਪਾਰਟ 2, ਆਪਣਾ ਪਾਰਟ ਹੈਗਾ ਆ ਪਾਰਟ 2, ਠੀਕ ਆ। ਇਹਦੇ ਵਿੱਚ ਆਪਾਂ ਬ੍ਰਿਟਿਸ਼ ਕਰਾਊਨ ਦੁਆਰਾ ਪਾਸ ਕੀਤੇ ਗਏ ਐਕਟ ਜਿਹੜੇ ਆ ਉਹ ਆਪਾਂ ਨੇ ਪੜ੍ਹਨੇ ਆ, ਠੀਕ ਆ। ਜਿਵੇਂ ਮੈਂ ਦੱਸਿਆ ਸੀ ਕਿ ਬ੍ਰਿਟਿਸ਼ ਕਰਾਊਨ ਦੁਆਰਾ ਜਿਹੜੇ ਪਾਸ ਕੀਤੇ ਗਏ ਐਕਟ ਆ ਇਹ ਕਿੱਥੋਂ ਲੈ ਕੇ ਕਿੱਥੋਂ ਤੱਕ ਪਾਸ ਹੋਏ ਸੀਗੇ, 1858 ਤੋਂ ਲੈ ਕੇ ਤੇ 1947 ਤੱਕ। ਇਸ ਟਾਈਮ ਪੀਰੀਅਡ ਦੇ ਵਿੱਚ ਇਹ ਜਿਹੜੇ ਐਕਟ ਆ ਪਾਸ ਹੋਏ ਆ ਤੇ ਇਹਨਾਂ ਨੂੰ ਆਪਾਂ ਪੜ੍ਹਨਾ ਹੈ। ਸੋ ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦਾ ਵਾ GOI ਐਕਟ 1858। GOI ਐਕਟ, GOI ਐਕਟ 1858। GOI ਦੀ ਮੈਂ ਤੁਹਾਨੂੰ ਫੁੱਲ ਫਾਰਮ ਦੱਸੀ ਸੀਗੀ। ਇਹਦੀ ਫੁੱਲ ਫਾਰਮ ਸੀਗੀ ਗਵਰਨਮੈਂਟ ਆਫ ਇੰਡੀਆ। ਗਵਰਨਮੈਂਟ ਆਫ ਇੰਡੀਆ। ਸਾਨੂੰ ਸਾਰਿਆਂ ਨੂੰ ਪਤਾ ਕਿ 1857 ਈਸਵੀ ਦੇ ਵਿੱਚ ਅਸੀਂ ਵਿਦਰੋਹ ਪੜ੍ਹਦੇ ਹਾਂ, ਜਿਹਨੂੰ ਕਿ ਜਾਣਿਆ ਹੀ ਇਸੇ ਨਾਮ ਦੇ ਨਾਲ ਜਾਂਦਾ ਵਾ, 1857 ਈਸਵੀ ਦਾ ਵਿਦਰੋਹ, ਠੀਕ ਆ। ਉਸ ਤੋਂ ਬਾਅਦ 1858 ਦੇ ਵਿੱਚ ਇਹ ਵਾਲਾ ਐਕਟ ਆਉਂਦਾ ਵਾ, ਠੀਕ ਆ। ਆਪਾਂ ਨੂੰ ਸਾਰਿਆਂ ਨੂੰ ਪਤਾ ਵਾ ਕਿ ਜਿਹੜੇ ਇਸ ਤੋਂ ਪਹਿਲਾਂ ਐਕਟ ਆਪਾਂ ਪੜ੍ਹੇ ਆ ਉਹ ਕਿਹੜੇ ਐਕਟ ਸੀਗੇ, ਉਹ ਈਸਟ ਇੰਡੀਆ ਕੰਪਨੀ ਦੇ ਐਕਟ ਸੀ। ਜਦੋਂ ਹੀ ਇਹ ਬ੍ਰਿਟਿਸ਼ ਕਰਾਊਨ ਵਾਲੇ ਆਉਂਦੇ ਆ ਤੇ ਇਹ ਆਪਣਾ ਪਹਿਲਾ ਐਕਟ ਪਾਸ ਕਰਦੇ ਆ, ਠੀਕ ਆ। ਇਹ ਤੁਹਾਨੂੰ ਦੱਸਿਆ ਸੀ ਨਾ ਵੀ ਦੋ ਹਿੱਸਿਆਂ ਦੇ ਵਿੱਚ ਸੀਗੇ। ਤੇ ਇਹਨਾਂ ਦਾ ਐਕਟ ਜਦੋਂ ਆਉਂਦੇ ਆ ਤੇ ਇਹ ਕੀ ਕਰਨਗੇ, ਨਾਰਮਲੀ ਆਪਾਂ ਨੂੰ ਪਤਾ ਵਾ ਵੀ ਈਸਟ ਇੰਡੀਆ ਕੰਪਨੀ ਦਾ ਖਾਤਮਾ ਕਰਨਗੇ, ਠੀਕ ਹੈ। ਇਹ ਪੁਆਇੰਟ ਵੈਸੇ ਲਿਖਣ ਦੀ ਲੋੜ ਨਹੀਂ ਵੀ ਇਹਦੇ ਵਿੱਚ GOI ਐਕਟ 1858, ਕਿਉਂਕਿ ਇੱਥੋਂ ਹੀ ਇਹਨਾਂ ਦੇ ਐਕਟ ਸਟਾਰਟ ਹੁੰਦੇ ਆ, ਠੀਕ ਆ, ਬ੍ਰਿਟਿਸ਼ ਕਰਾਊਨ ਵਾਲਿਆਂ ਦੇ। ਤੇ ਇਹਦੇ ਵਿੱਚ ਆਪਣਾ ਪਹਿਲਾ ਹੀ ਪੁਆਇੰਟ ਬਣਦਾ ਵਾ ਵੀ ਇਸ ਐਕਟ ਨੇ ਕੀ ਕੀਤਾ, ਇਹਨਾਂ ਨੇ ਈਸਟ ਇੰਡੀਆ ਕੰਪਨੀ ਈਸਟ ਇੰਡੀਆ ਕੰਪਨੀ ਦੀ ਸ਼ਕਤੀ ਦਾ ਖਾਤਮਾ ਕੀਤਾ। ਇਹਦਾ ਮਤਲਬ ਇਹ ਆ ਵੀ ਇਹਨਾਂ ਨੇ ਆਉਂਦਿਆਂ ਸਾਰੀ ਕੀ ਕਰਤਾ, ਇਹਨਾਂ ਨੇ ਈਸਟ ਇੰਡੀਆ ਦੇ ਹੱਥ ਵਿੱਚ ਜਿੰਨੀ ਵੀ ਈਸਟ ਇੰਡੀਆ ਕੰਪਨੀ ਸੀ ਜਿਹੜੀ, ਉਹਦੇ ਹੱਥ ਦੇ ਵਿੱਚ ਜਿੰਨੀ ਵੀ ਸ਼ਕਤੀ ਸੀਗੀ ਉਹਦਾ ਇਹਨਾਂ ਨੇ ਖਾਤਮਾ ਕਰਤਾ। ਤੇ ਫਿਰ ਸਾਰੀ ਸ਼ਕਤੀ ਕਿਹਦੇ ਹੱਥ ਦੇ ਵਿੱਚ ਆ ਗਈ, GOI ਐਕਟ 1858 ਕੀ ਕਹਿੰਦਾ ਵੀ ਈਸਟ ਇੰਡੀਆ ਕੰਪਨੀ ਦੀ ਸ਼ਕਤੀ ਖਤਮ ਹੋ ਗਈ ਤੇ ਸਾਰੀ ਸ਼ਕਤੀ ਕਿਹਦੇ ਹੱਥ ਵਿੱਚ ਆ ਗਈ, ਬ੍ਰਿਟਿਸ਼ ਕਰਾਊਨ ਦੇ ਹੱਥ ਵਿੱਚ। ਤਾਂ ਆਪਾਂ ਐਕਟ ਕਿਹੜੇ ਪੜ੍ਹ ਰਹੇ ਆ, ਬ੍ਰਿਟਿਸ਼ ਕਰਾਊਨ ਦੇ, ਠੀਕ ਆ। ਤੇ ਇਹਦੇ ਨਾਲ ਤੁਸੀਂ ਲਿਖ ਸਕਦੇ ਹੋ ਸਾਰੀ ਸ਼ਕਤੀ ਬ੍ਰਿਟਿਸ਼ ਕਰਾਊਨ ਦੇ ਹੱਥ ਵਿੱਚ
ਆ ਗਈ, ਜਾਂ ਤੁਸੀਂ ਕੰਟਰੋਲ ਲਿਖ ਲਓ ਤਾਂ ਜ਼ਿਆਦਾ ਵਧੀਆ ਵਾ। ਦੇ ਕੰਟਰੋਲ ਹੇਠ ਆ ਗਈ, ਕਰਾਊਨ ਦੇ ਕੰਟਰੋਲ ਵਿੱਚ ਤੁਸੀਂ ਲਿਖ ਲਓ, ਠੀਕ ਹੈ। ਬ੍ਰਿਟਿਸ਼ ਕਰਾਊਨ ਦੇ ਕੰਟਰੋਲ ਹੇਠ ਆ ਗਈ, ਕੰਟਰੋਲ ਹੇਠ ਆ ਗਈ, ਠੀਕ ਹੈ। ਸੋ ਇਹ ਸਾਡਾ ਹੋ ਗਿਆ ਪਹਿਲਾ ਪੁਆਇੰਟ। ਇਹਨੂੰ ਯਾਦ ਰੱਖਣ ਦੀ ਵੀ ਇੱਕ ਕਹਿ ਲਓ ਵੀ ਤੁਸੀਂ ਕਾਮਨ ਸੈਂਸ ਹੀ ਲਗਾ ਸਕਦੇ ਆ ਵੀ ਆਪਾਂ ਐਕਟ ਆਪਾਂ ਈਸਟ ਇੰਡੀਆ ਕੰਪਨੀ ਦੇ ਖਤਮ ਕੀਤੇ। ਉਸ ਤੋਂ ਬਾਅਦ ਜਦੋਂ ਆਪਾਂ ਪਹਿਲਾ ਹੀ ਐਕਟ ਇਹਦਾ ਪਹਿਲਾ ਹੀ ਐਕਟ ਕਿਹੜਾ ਆਉਂਦਾ ਵਾ, GOI ਐਕਟ 1858, ਤੇ ਇਹਨਾਂ ਨੇ ਕੀ ਕੀਤਾ, ਈਸਟ ਇੰਡੀਆ ਕੰਪਨੀ ਨੂੰ ਖਤਮ ਕਰਤਾ ਤੇ ਇਹਨਾਂ ਨੇ ਆਪਣਾ ਕੰਟਰੋਲ ਕਰ ਲਿਆ ਸੀਗਾ, ਜਿੰਨੀਆਂ ਵੀ ਕਾਰਜਕਾਰੀ ਸ਼ਕਤੀਆਂ ਸੀਗੀਆਂ, ਠੀਕ ਆ। ਉਸ ਤੋਂ ਬਾਅਦ ਇਹਨਾਂ ਨੇ ਦੂਜਾ ਕੰਮ ਕੀ ਕੀਤਾ, ਜਦੋਂ ਮੈਂ ਪਿਟਸ ਇੰਡੀਆ ਐਕਟ ਤੁਹਾਨੂੰ ਪੜ੍ਹਾਇਆ ਸੀ, ਠੀਕ ਆ। ਪਿਟਸ ਇੰਡੀਆ ਐਕਟ ਪੱਪੇ ਤੋਂ ਕੀ ਸੀ, ਪਿਟਸ ਤੇ ਪੱਪੇ ਤੋਂ ਮੈਂ ਤੁਹਾਨੂੰ ਕਿਹਾ ਸੀ ਕਿ ਪੱਪੇ ਤੋਂ ਯਾਦ ਰੱਖਣਾ ਵੀ ਆਪਸ ਚ ਪਾੜ ਗਏ, ਠੀਕ ਹੈ। ਵੀ ਉਹਨਾਂ ਦੀ ਕੰਪਨੀ ਜਿਹੜੀ ਸੀ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਸੀ, ਈਸਟ ਇੰਡੀਆ ਕੰਪਨੀ। ਜਦੋਂ ਉਹ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਸੀ ਤੇ ਇੱਕ ਹਿੱਸਾ ਹੈਗਾ ਸੀਗਾ ਕੰਟਰੋਲ ਆਫ ਕੋਰਟ ਆਫ ਡਾਇਰੈਕਟਰਸ ਤੇ ਇੱਕ ਹੈਗਾ ਸੀ ਬੋਰਡ ਆਫ ਕੰਟਰੋਲ, ਠੀਕ ਹੈ। ਜਾਨੀ ਕਿ ਇਹਦਾ ਮੈਂ ਤੁਹਾਨੂੰ ਮੋਟਾ ਮਤਲਬ ਇਹ ਦੱਸਿਆ ਸੀ ਵੀ ਉਹਦਾ ਮਤਲਬ ਹੈਗਾ ਵਾ ਵੀ ਦੋਹਰੀ ਸ਼ਾਸਨ ਪ੍ਰਣਾਲੀ ਲਾਗੂ ਹੋ ਗਈ ਸੀ। ਪਰ ਇਹ ਜਦੋਂ ਬ੍ਰਿਟਿਸ਼ ਆਪਣੇ ਕਰਾਊਨ ਵਾਲੇ ਆਉਂਦੇ ਆ ਤੇ GOI ਐਕਟ ਦੇ ਤਹਿਤ ਕੀ ਕਰਦੇ ਆ, ਦੋਹਰੀ ਸ਼ਾਸਨ ਪ੍ਰਣਾਲੀ ਦਾ ਖਾਤਮਾ ਕਰਦੇ ਆ, ਠੀਕ ਆ। ਦੋਹਰੀ ਸ਼ਾਸਨ ਪ੍ਰਣਾਲੀ, ਦੋਹਰੀ ਸ਼ਾਸਨ ਪ੍ਰਣਾਲੀ ਦਾ ਖਾਤਮਾ, ਠੀਕ ਆ। ਬ੍ਰੈਕਟ ਦੇ ਵਿੱਚ ਤੁਸੀਂ ਲਿਖ ਲਿਓ ਵਾਲਾ ਬੋਰਡ ਆਫ ਕੰਟਰੋਲ ਤੇ ਕੋਰਟ ਆਫ ਡਾਇਰੈਕਟਰਸ, ਤੁਸੀਂ ਬ੍ਰੈਕਟ ਦੇ ਵਿੱਚ ਲਿਖ ਹੀ ਸਕਦੇ। ਇਹ ਜਿਹੜੇ ਦੋ ਹਿੱਸੇ ਹੀ ਦੋਹਰੀ ਸ਼ਾਸਨ ਪ੍ਰਣਾਲੀ ਵਾਲੇ, ਇਹਨਾਂ ਨੂੰ ਖਤਮ ਕਰਤਾ ਸੀ, ਠੀਕ ਆ। ਉਸ ਤੋਂ ਬਾਅਦ ਤੀਜਾ ਪੁਆਇੰਟ ਜਿਹੜਾ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ, ਇਸ ਐਕਟ ਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈਗਾ ਵਾ, ਤੀਜਾ ਪੁਆਇੰਟ। ਜਦੋਂ ਮੈਂ ਤੁਹਾਨੂੰ 1773 ਵਾਲਾ ਈਸਟ ਇੰਡੀਆ ਕੰਪਨੀ ਦਾ ਐਕਟ ਜਿਹੜਾ ਸੀ, ਰੈਗੂਲੇਟਿੰਗ ਐਕਟ 1773, ਉਹਦੇ ਵਿੱਚ ਮੈਂ ਤੁਹਾਨੂੰ ਪੜ੍ਹਾਇਆ ਸੀਗਾ ਵੀ ਪਹਿਲਾਂ ਗਵਰਨਰ ਦਾ ਅਹੁਦਾ ਸੀਗਾ, ਠੀਕ ਹੈ। ਬੰਗਾਲ ਦੀ ਗੱਲ ਜੇ ਆਪਾਂ ਕਰੀਏ, ਗਵਰਨਰ ਦਾ ਅਹੁਦਾ ਸੀ ਤੇ ਉਸ ਐਕਟ ਦੇ ਤਹਿਤ ਇਹਨਾਂ ਨੇ ਬੰਗਾਲ ਦੇ ਗਵਰਨਰ ਦਾ ਅਹੁਦਾ ਬਦਲ ਕੇ ਗਵਰਨਰ ਜਨਰਲ ਕੀਤਾ, ਠੀਕ ਆ। ਉਸ ਤੋਂ ਬਾਅਦ ਜਦੋਂ ਆਪਾਂ ਉਹਨਾਂ ਦਾ 1813 ਚਾਰਟਰ ਐਕਟ ਪੜ੍ਹਦੇ ਆ, 1813 ਵਾਲਾ ਚਾਰਟਰ ਐਕਟ ਜਦੋਂ ਆਪਾਂ ਉਹਨਾਂ ਦਾ ਪੜ੍ਹਦੇ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਗਵਰਨਰ ਜਨਰਲ ਦਾ ਅਹੁਦਾ ਜਿਹੜਾ ਸੀਗਾ ਉਹ ਪਹਿਲਾਂ ਤਾਂ ਬੰਗਾਲ ਦੇ ਵਿੱਚ ਸੀ, ਫਿਰ ਇਹਨਾਂ ਨੇ ਉਹ ਅਹੁਦਾ ਜਿਹੜਾ ਵਾ ਭਾਰਤ ਵਿੱਚ ਵੀ ਲੈ ਆਂਦਾ, ਠੀਕ ਹੈ। ਇਹ ਦੋ ਗੱਲਾਂ ਆਪਾਂ ਪੜ੍ਹੀਆਂ ਇਹਨਾਂ ਅਹੁਦਿਆਂ ਬਾਰੇ। ਉਸ ਤੋਂ ਬਾਅਦ ਇਸ ਐਕਟ ਦੇ ਵਿੱਚ ਕੀ ਹੁੰਦਾ, GOI ਐਕਟ 1858, ਇਹਦੇ ਵਿੱਚ ਕੀ ਹੁੰਦਾ ਵਾ, ਇਹਦੇ ਵਿੱਚ ਫਿਰ ਅਹੁਦਾ ਬਦਲ ਦਿੰਦੇ ਆ। ਫਿਰ ਕੀ ਕਰਦੇ ਆ, ਗਵਰਨਰ ਜਨਰਲ ਦਾ ਅਹੁਦਾ ਬਦਲ ਕੇ ਭਾਰਤੀ ਵਾਇਸਰਾਏ, ਯਾਨੀ ਕਿ ਭਾਰਤ ਵਿੱਚ ਸੀਗਾ ਇਹ ਅਹੁਦਾ, ਠੀਕ ਹੈ। ਆਪਾਂ ਭਾਰਤੀ ਫਿਰ ਤਾਂ ਲਿਖਾਂਗੇ ਵੀ ਕਿਤੇ ਬੰਗਾਲ ਸਮਝ ਕੇ ਭੁਲੇਖਾ ਨਾ ਖਾ ਜਿਓ, ਹਨਾ, ਬੌਂਦਲ ਨਾ ਜਾਇਓ, ਠੀਕ ਹੈ। ਬਦਲ ਕੇ ਭਾਰਤੀ ਵਾਇਸਰਾਏ, ਠੀਕ ਹੈ, ਇੰਪੋਰਟੈਂਟ ਆ, ਠੀਕ ਆ। ਵਾਇਸਰਾਏ, ਠੀਕ ਹੈ, ਵਾਇਸਰਾਏ, ਭਾਰਤੀ ਵਾਇਸਰਾਏ, ਠੀਕ ਹੈ। ਇਹ ਅਹੁਦਾ ਇਹਨਾਂ ਨੇ ਲੈਂਦਾ ਸੀਗਾ। ਪਹਿਲਾਂ ਕੱਲਾ ਗਵਰਨਰ ਦਾ ਅਹੁਦਾ ਹੁੰਦਾ ਸੀ, ਠੀਕ ਹੈ। ਕੱਲਾ ਕਿਹੜਾ ਸੀਗਾ, ਵਾਇਸਰਾਏ ਦਾ। ਪਹਿਲਾਂ ਗਵਰਨਰ ਦਾ ਅਹੁਦਾ ਸੀਗਾ, ਉਸ ਤੋਂ ਬਾਅਦ ਇਹਨਾਂ ਨੇ ਗਵਰਨਰ ਜਨਰਲ ਕਰਤਾ ਤੇ ਫਿਰ ਇਹਨਾਂ ਨੇ ਵਾਇਸਰਾਏ ਕਰਤਾ। ਤੇ ਵਾਇਸਰਾਏ ਕਿਹੜੇ ਐਕਟ ਦੇ ਤਹਿਤ ਹੋਇਆ, GOI ਐਕਟ 1858। ਸੋ ਮੋਸਟ ਇੰਪੋਰਟੈਂਟ ਪੁਆਇੰਟ ਆ ਤੀਜਾ ਪੁਆਇੰਟ। ਤੇ ਜਿਹੜਾ ਆਪਾਂ ਅਗਲਾ ਪੁਆਇੰਟ ਕਰਨ ਜਾ ਰਹੇ ਹਾਂ ਉਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਜਿਹੜਾ ਆਪਾਂ ਅਗਲਾ ਪੁਆਇੰਟ ਕਰਨ ਜਾ ਰਹੇ ਹਾਂ ਉਹ ਵੀ ਪੁਆਇੰਟ ਜਿਹੜਾ ਵਾ ਬਹੁਤ ਹੀ ਇੰਪੋਰਟੈਂਟ ਆ। ਇੱਕ ਚੀਜ਼ ਇੱਥੇ ਮੈਂਸ਼ਨ ਕਰ ਲਿਓ ਵੀ ਮੈਂ ਤੁਹਾਨੂੰ ਦੱਸਦੀ ਨਹੀਂ, ਜਦੋਂ ਮੈਂ ਤੁਹਾਨੂੰ ਗਵਰਨਰ ਕਰਵਾਇਆ ਸੀ ਵੀ ਗਵਰਨਰ ਦੇ ਅਹੁਦਾ ਸੀਗਾ ਤੇ ਮੈਂ ਤੁਹਾਨੂੰ ਪਹਿਲਾਂ ਗਵਰਨਰ ਦੱਸਿਆ ਸੀਗਾ। ਫਿਰ ਜਦੋਂ ਆਪਾਂ ਗਵਰਨਰ ਜਨਰਲ ਬੰਗਾਲ ਦਾ ਕੀਤਾ ਉਹਦੇ ਵਿੱਚ ਮੈਂ ਤੁਹਾਨੂੰ ਬੰਗਾਲ ਦਾ ਪਹਿਲਾ ਗਵਰਨਰ ਦੱਸਿਆ ਸੀਗਾ। ਉਸ ਤੋਂ ਬਾਅਦ ਜਦੋਂ ਆਪਾਂ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੀਤਾ ਉਹ ਵੀ ਮੈਂ ਤੁਹਾਨੂੰ ਦੱਸਿਆ ਸੀਗਾ। ਇੱਥੇ ਵੀ ਆਪਾਂ ਏਦਾਂ ਹੀ ਪੜ੍ਹ ਲੈਣੇ ਆ, ਆਪਾਂ ਗਵਰਨਰ ਜਨਰਲ ਜੋ ਵੀ ਹੈ ਇਹਨਾਂ ਨੂੰ ਅਲੱਗ ਤੋਂ ਲਿਸਟ ਬਣਾ ਕੇ ਪੜ੍ਹਨ ਦੀ ਲੋੜ ਥੋੜੀ ਆ, ਐਂ ਹੀ ਪੜ੍ਹ ਲੈਣੇ ਆਪਾਂ, ਠੀਕ ਹੈ।
ਤੇ ਐ ਯਾਦ ਵੀ ਜ਼ਿਆਦਾ ਹੁੰਦੇ ਆ। ਤੇ ਹੁਣ ਆਪਾਂ ਪੜਾਂਗੇ ਕਿ ਜੇ ਵਾਇਸਰਾਏ ਦਾ ਅਹੁਦਾ ਲੈਂਦਾ ਤੇ ਫਿਰ ਉਹਨਾਂ ਨੇ ਕੋਈ ਬੰਦਾ ਬਣਾਇਆ ਹੀ ਹੋਊਗਾ, ਠੀਕ ਆ, ਕੋਈ ਨਾ ਕੋਈ ਬੰਦਾ ਉਸ ਕੁਰਸੀ ਤੇ ਇਹਨਾਂ ਨੇ ਬਿਠਾਇਆ ਹੀ ਹੋਊਗਾ, ਠੀਕ ਆ। ਤੇ ਭਾਰਤ ਦਾ ਫਿਰ ਪਹਿਲਾ ਵਾਇਸਰਾਏ ਕੌਣ ਸੀਗਾ? ਲਾਰਡ ਕੈਨਿੰਗ। ਤੁਸੀਂ ਅੱਗੇ ਲਿਖ ਲਿਓ, ਠੀਕ ਆ, ਲਾਰਡ ਕੈਨਿੰਗ। ਲਾਰਡ ਕੈਨਿੰਗ, ਲਾਰਡ ਕੈਨਿੰਗ ਜਿਹੜਾ ਸੀਗਾ ਇਹ ਬੰਦਾ ਸੀ ਸਾਡੇ ਭਾਰਤ ਦਾ ਪਹਿਲਾ ਵਾਇਸਰਾਏ, ਠੀਕ ਆ। ਉਸ ਤੋਂ ਬਾਅਦ ਜਿਵੇਂ ਮੈਂ ਚੌਥਾ ਪੁਆਇੰਟ ਤੁਹਾਨੂੰ ਦੱਸਿਆ ਵੀ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ, ਠੀਕ ਆ। ਅਸੀਂ ਜਦੋਂ ਲਾਰਡ ਡਲਹੌਜ਼ੀ ਦੇ ਕੰਮ ਪੜ੍ਹਦੇ ਆ, ਉਹਦੇ ਵਿੱਚ ਉਹਨੇ ਇੱਕ ਕੰਮ ਕੀਤਾ ਸੀਗਾ। ਉਹਨੇ ਕੀ ਕੀਤਾ ਸੀਗਾ ਵੀ ਉਹਨੇ ਇੱਕ ਲੈਪਸ ਦੀ ਨੀਤੀ ਲਾਗੂ ਕੀਤੀ ਸੀ। ਉਹਨੇ ਲੈਪਸ ਦੀ ਨੀਤੀ ਹੈ ਕੀ ਸੀ? ਤੁਸੀਂ ਮਾਡਰਨ ਹਿਸਟਰੀ ਦੇ ਵਿੱਚ ਪੜ੍ਹੋਗੇ, ਠੀਕ ਆ। ਲੈਪਸ ਦੀ ਨੀਤੀ ਕੀ ਸੀ ਕਿ ਉਹਦੇ ਵਿੱਚ ਇਹ ਸੀਗਾ ਵੀ ਜੇ ਕਿਸੇ ਰਾਜੇ ਰਾਣੀ ਦਾ ਰਾਜੇ ਦਾ ਜਾਂ ਰਾਣੀ ਦੀ ਕੋਈ ਆਪਣੀ ਔਲਾਦ ਨਹੀਂ ਹੁੰਦੀ, ਵੀ ਆਪਣੇ ਕੁੱਖੋਂ ਉਹਨਾਂ ਦੀ ਕੋਈ ਔਲਾਦ ਨਹੀਂ ਹੁੰਦੀ, ਠੀਕ ਆ, ਤੇ ਉਹਨਾਂ ਦਾ ਰਾਜ ਪ੍ਰਬੰਧ ਜਿਹੜਾ ਵਾ, ਰਾਜ ਸ਼ਾਸਨ ਜਿਹੜਾ ਜੋ ਵੀ ਆ ਉਹਨਾਂ ਦਾ ਖੋਹ ਲਿਆ ਜਾਊਗਾ, ਠੀਕ ਆ, ਤੇ ਉਹ ਸਾਰਾ ਅੰਗਰੇਜ਼ਾਂ ਦੇ ਹੱਥ ਵਿੱਚ ਆ ਜਾਊਗਾ। ਦੂਜਾ ਪੁਆਇੰਟ ਉਹਨਾਂ ਨੇ ਕੀ ਕੀਤਾ? ਦੂਜਾ ਕੰਮ ਉਹਨੇ ਕੀਤਾ ਸੀਗਾ ਡਲਹੌਜ਼ੀ ਨੇ ਵੀ ਜੇ ਏਦਾਂ ਹੁੰਦਾ ਵੀ ਜੇ ਕਿਸੇ ਰਾਜੇ ਰਾਣੀ ਦੀ ਆਪਦੀ ਔਲਾਦ ਨਹੀਂ ਸੀ ਹੁੰਦੀ, ਠੀਕ ਆ, ਤੇ ਜੇ ਉਹ ਕੋਈ ਬੱਚਾ ਮਤਲਬ ਗੋਦ ਵੀ ਲੈਂਦੇ ਸੀ ਬੱਚਾ, ਤਾਂ ਵੀ ਗੋਦ ਲਿਆ ਬੱਚਾ ਜਿਹੜਾ ਸੀਗਾ ਉਹਦੇ ਸ਼ਾਸਨ ਦਾ ਉੱਤਰਾਧਿਕਾਰੀ ਨਹੀਂ ਮੰਨਿਆ ਜਾਊਗਾ, ਤਾਂ ਵੀ ਉਹਨਾਂ ਦਾ ਸ਼ਾਸਨ ਜਿਹੜਾ ਵਾ ਖੋਹ ਲਿਆ ਜਾਊਗਾ। ਸੋ ਇਹ ਦੋ ਕੰਮ ਉਹਨੇ ਕੀਤੇ ਸੀਗੇ। ਜਦੋਂ ਅਸੀਂ ਝਾਂਸੀ ਦੀ ਰਾਣੀ ਬਾਰੇ ਪੜ੍ਹਦੇ ਹਾਂ, ਠੀਕ ਆ, ਮਣੀਕਰਨਿਕਾ ਵੀ ਜਿਹਨੂੰ ਕਹਿ ਦਿੰਦੇ ਆ, ਠੀਕ ਆ, ਜਦੋਂ ਅਸੀਂ ਉਹਦੇ ਬਾਰੇ ਪੜ੍ਹਦੇ ਆ ਤੇ ਉਹਦਾ ਰਾਜ ਪ੍ਰਬੰਧ ਝਾਂਸੀ ਦਾ ਉਹਨਾਂ ਨੇ ਇਸੇ ਨੀਤੀ ਦੇ ਨਾਲ ਖੋਇਆ ਸੀਗਾ, ਠੀਕ ਆ। ਪਰ ਇਹ ਜਿਹੜਾ ਐਕਟ ਹੈ ਨਾ, GOI ਐਕਟ 1858, ਇਹਦੇ ਤਹਿਤ ਲੈਪਸ ਦੀ ਨੀਤੀ ਦਾ ਇਹਨਾਂ ਨੇ ਵਧੀਆ ਕੰਮ ਕੀਤਾ ਸੀ। ਵੈਸੇ ਇਹ ਵਾਲਾ ਇਹਨਾਂ ਨੇ ਲੈਪਸ ਦੀ ਨੀਤੀ ਦਾ ਖਾਤਮਾ ਕਰਤਾ ਸੀਗਾ, ਠੀਕ ਆ। ਇੱਥੇ ਤੁਸੀਂ ਲਿਖ ਲਓ, ਲੈਪਸ ਦੀ ਨੀਤੀ ਦਾ ਖਾਤਮਾ। ਲੈਪਸ ਦੀ ਨੀਤੀ ਦਾ ਖਾਤਮਾ। ਲੈਪਸ ਦੀ ਨੀਤੀ ਦਾ ਖਾਤਮਾ। ਸੋ ਇਹਦੇ ਵਿੱਚ 3 ਕੁ ਪੁਆਇੰਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ, ਪੁੱਛਿਆ ਜਾ ਸਕਦਾ ਵਾ ਕਿ ਜਿਹੜੀ ਦੋਹਰੀ ਸ਼ਾਸਨ ਪ੍ਰਣਾਲੀ ਆ, ਠੀਕ ਆ, ਜਦੋਂ ਪਿਟਸ ਇੰਡੀਆ ਐਕਟ ਦੇ ਤਹਿਤ ਕੰਪਨੀ 2 ਹਿੱਸਿਆਂ ਵਿੱਚ ਵੰਡੀ ਗਈ, ਠੀਕ ਆ, ਤੇ ਉਹ ਦੋਹਰੀ ਸ਼ਾਸਨ ਪ੍ਰਣਾਲੀ ਆ ਕਿਹੜੇ ਐਕਟ ਦੇ ਵਿੱਚ ਖਤਮ ਹੋਈ? GOI ਐਕਟ 1858। ਉਸ ਤੋਂ ਬਾਅਦ ਪੁੱਛਿਆ ਜਾ ਸਕਦਾ ਵਾ ਕਿ ਭਾਰਤ ਵਿੱਚ ਵਾਇਸਰਾਏ ਦਾ ਅਹੁਦਾ ਸੀ, ਪਹਿਲਾ ਵਾਇਸਰਾਏ ਲਾਰਡ ਕੈਨਿੰਗ ਸੀ, ਇਹ ਅਹੁਦਾ ਕਿਹੜੇ ਐਕਟ ਦੇ ਤਹਿਤ ਆਇਆ? GOI ਐਕਟ 1858। ਉਸ ਤੋਂ ਬਾਅਦ ਲੈਪਸ ਦੀ ਨੀਤੀ ਦਾ ਖਾਤਮਾ ਕਿਹੜੇ ਐਕਟ ਦੇ ਤਹਿਤ ਹੋਇਆ? 1858, GOI ਐਕਟ 1858। ਉਸ ਤੋਂ ਬਾਅਦ ਸਾਡਾ ਆ ਜਾਂਦਾ ਵਾ ਭਾਰਤੀ ਕੌਂਸਲ ਐਕਟ 1861। ਭਾਰਤੀ ਕੌਂਸਲ ਐਕਟ 1861, ਠੀਕ ਆ। ਇਹ ਮੈਂ ਤੁਹਾਨੂੰ ਇੱਕ ਟੇਬਲ ਬਣਾ ਕੇ ਲਿਖਵਾਏ ਸੀਗੇ, ਆਪਾਂ ਉਹਨਾਂ ਨੂੰ ਹੀ ਕਰਵਾ ਰਹੇ ਹਾਂ ਡਿਟੇਲ ਦੇ ਵਿੱਚ, ਠੀਕ ਆ। ਇਹ ਕੋਈ ਨਵੇਂ ਨਹੀਂ ਹੈਗੇ, ਉਹੀ ਕਰ ਰਹੇ ਹਾਂ ਆਪਾਂ ਡਿਟੇਲ ਦੇ ਵਿੱਚ, ਠੀਕ ਆ। ਉਸ ਤੋਂ ਬਾਅਦ ਆਪਣਾ ਦੂਜਾ ਆਉਂਦਾ ਵਾ ਭਾਰਤੀ ਕੌਂਸਲ ਐਕਟ। ਭਾਰਤੀ ਕੌਂਸਲ ਐਕਟ। ਭਾਰਤੀ ਕੌਂਸਲ ਐਕਟ 1861, ਠੀਕ ਆ। ਇੱਕ ਵਾਰੀ ਆਪਾਂ ਮਾਈਕ ਚੈੱਕ ਕਰ ਲਈਏ, 1 ਮਿੰਟ। ਹਾਂਜੀ, ਜਿਹੜਾ ਭਾਰਤੀ ਕੌਂਸਲ ਐਕਟ ਸੀ ਨਾ 1861, ਠੀਕ ਹੈ, ਇਹ ਵੀ ਵੈਸੇ ਬਹੁਤ ਇੰਪੋਰਟੈਂਟ ਹੈਗਾ ਵਾ, ਕਿਉਂਕਿ ਇਹਦੇ ਵਿੱਚ ਆਪਾਂ ਇੱਕ ਚੀਜ਼ ਪੜਾਂਗੇ ਸਭ ਤੋਂ ਜਿਹੜੀ ਇੰਪੋਰਟੈਂਟ ਆ, ਠੀਕ ਆ। ਇਹਦੇ ਵਿੱਚ ਪਹਿਲਾਂ ਤਾਂ ਕੀ ਸੀਗਾ, ਸਾਨੂੰ ਸਾਰਿਆਂ ਨੂੰ ਪਤਾ ਵੀ ਅੰਗਰੇਜ਼ ਸਾਡੇ ਤੇ ਕੀ ਕਰਦੇ ਸੀ? ਰਾਜ ਕਰਦੇ ਸੀ। ਪਰ ਇਸ ਐਕਟ ਦੇ ਤਹਿਤ ਕੀ ਹੋਇਆ ਵੀ ਜਿਵੇਂ ਸੈਨਿਕਾਂ ਦੀ ਭਰਤੀ ਆ, ਫੌਜੀਆਂ ਦੀ ਭਰਤੀ ਆ, ਜਿੰਨੇ ਵੀ ਅੰਗਰੇਜ਼ ਆਪਣੇ ਅੱਗੇ ਕੋਈ ਅਧਿਕਾਰੀ ਰੱਖਦੇ ਸੀ, ਉਹਨਾਂ ਦੇ ਵਿੱਚ ਇਹਨਾਂ ਨੇ ਭਾਰਤੀਆਂ ਦੀ ਹਿੱਸੇਦਾਰੀ ਜਿਹੜੀ ਸੀ ਸ਼ੁਰੂ ਕਰਤੀ, ਠੀਕ ਆ। ਜਾਂ ਕਹਿ ਲਓ ਏਦਾਂ, ਤੁਸੀਂ ਸਿੰਪਲ ਜਿਹਾ ਬਣਾ ਕੇ ਲਿਖ ਲਓ ਵੀ ਭਰਤੀਆਂ ਵਿੱਚ ਭਾਰਤੀ ਸੈਨਿਕਾਂ ਦੀ ਹਿੱਸੇਦਾਰੀ, ਠੀਕ ਆ, ਠੀਕ ਆ। ਇਹ ਪੁਆਇੰਟ ਮੋਸਟ ਇੰਪੋਰਟੈਂਟ ਆ, ਪੁੱਛਿਆ ਜਾ ਸਕਦਾ, ਠੀਕ ਆ। ਉਸ ਤੋਂ ਬਾਅਦ ਦੂਜਾ ਪੁਆਇੰਟ ਹੈਗਾ ਵਾ ਕਿ ਜਿਹੜਾ ਜਦੋਂ ਅਸੀਂ ਗੱਲ ਕਰਦੇ ਆ ਨਾ
ਵੀ ਆਪਾਂ ਕੇਂਦਰੀ ਇੱਕ ਨਾ ਜਦੋਂ ਆਪਾਂ ਰੈਗੂਲੇਟਿੰਗ ਐਕਟ ਪੜ੍ਹਿਆ ਸੀ ਨਾ, ਰੈਗੂਲੇਟਿੰਗ ਐਕਟ ਦੇ ਵਿੱਚ ਵੈਸੇ ਮੈਂ ਤੁਹਾਨੂੰ ਇੰਪੋਰਟੈਂਟ ਪੁਆਇੰਟ ਹੀ ਦੱਸੇ ਸੀ, ਪਰ ਉਹਦੇ ਵਿੱਚ ਇੱਕ ਪੁਆਇੰਟ ਇਹ ਵੀ ਸੀਗਾ ਵੀ ਕੇਂਦਰੀਕਰਨ ਦੀ ਸ਼ੁਰੂਆਤ ਹੋਈ ਸੀ। ਕੇਂਦਰੀਕਰਨ ਯਾਨੀ ਕਿ ਸੈਂਟਰਲਾਈਜੇਸ਼ਨ। ਪਹਿਲਾਂ ਤੁਸੀਂ ਇਹਨਾਂ ਸ਼ਬਦਾਂ ਨੂੰ ਸਮਝ ਲਓ, ਠੀਕ ਆ। ਕੇਂਦਰੀਕਰਨ, ਕੇਂਦਰੀਕਰਨ, ਠੀਕ ਹੈ, ਜਿਹਨੂੰ ਅਸੀਂ ਇੰਗਲਿਸ਼ ਵਿੱਚ ਕਹਿ ਦਿੰਦੇ ਆ ਸੈਂਟਰਲਾਈਜੇਸ਼ਨ, ਸੈਂਟਰਲਾਈਜੇਸ਼ਨ, ਠੀਕ ਆ, ਸੈਂਟਰਲਾਈਜੇਸ਼ਨ, ਠੀਕ ਹੈ, ਸੈਂਟਰਲਾਈਜੇਸ਼ਨ, ਸੈਂਟਰਲਾਈਜੇਸ਼ਨ, ਠੀਕ ਹੈ। ਉਸ ਤੋਂ ਬਾਅਦ ਅਸੀਂ ਇੱਕ ਸ਼ਬਦ ਹੈਗਾ ਵਾ ਵਿਕੇਂਦਰੀਕਰਨ, ਵਿਕੇਂਦਰੀਕਰਨ, ਜਿਹਨੂੰ ਕੀ ਕਹਿ ਦਿੰਦੇ ਆ, ਜਿਹਨੂੰ ਡੀਸੈਂਟਰਲਾਈਜੇਸ਼ਨ ਬੋਲ ਦਿੰਦੇ ਆ, ਠੀਕ ਆ। ਪਹਿਲਾਂ ਤਾਂ ਇਹਨਾਂ ਦੋਵਾਂ ਸ਼ਬਦਾਂ ਨੂੰ ਤੁਸੀਂ ਸਮਝ ਲਓ, ਠੀਕ ਆ। ਫੋਰ ਐਗਜ਼ਾਮਪਲ ਸੈਂਟਰਲਾਈਜੇਸ਼ਨ ਦਾ ਕੀ ਮਤਲਬ ਆ, ਵੀ ਜਿਵੇਂ ਅਸੀਂ ਨਾ ਪੋਲੀਟੀਕਲ ਦੇ ਵਿੱਚ ਅੱਗੇ ਜਾ ਕੇ ਅਸੀਂ ਪ੍ਰੀਐਂਬਲ ਪੜਾਂਗੇ, ਪ੍ਰਸਤਾਵਨਾ ਪੜਾਂਗੇ, ਠੀਕ ਆ। ਉਹਦੇ ਵਿੱਚ ਇੱਕ ਪ੍ਰਭੂ ਸੱਤਾ ਸ਼ਬਦ ਅਸੀਂ ਪੜ੍ਹਦੇ ਹਾਂ, ਮੋਸਟ ਇੰਪੋਰਟੈਂਟ, ਠੀਕ ਆ। ਵੀ ਉਹਦੇ ਵਿੱਚ ਅਸੀਂ ਕੀ ਪੜ੍ਹਦੇ ਹਾਂ, ਵੀ ਸਾਡਾ ਦੇਸ਼ ਜਿਹੜਾ ਵਾ ਪ੍ਰਭੂ ਸੱਤਾ ਸੰਪੰਨ ਆ, ਠੀਕ ਆ। ਤੇ ਕੁਝ ਦੇਸ਼ ਏਦਾਂ ਦੇ ਵੀ ਹੈਗੇ ਆ ਵੀ ਜਿਹੜੇ ਪ੍ਰਭੂ ਸੱਤਾ ਸੰਪੰਨ ਨਹੀਂ ਹੈਗੇ। ਹੁਣ ਪ੍ਰਭੂ ਸੱਤਾ ਦਾ ਮਤਲਬ ਕੀ ਆ, ਹੁਣ ਸਾਡਾ ਦੇਸ਼ ਪ੍ਰਭੂ ਸੱਤਾ ਸੰਪੰਨ ਆ। ਪ੍ਰਭੂ ਸੱਤਾ ਦਾ ਮਤਲਬ ਇਹ ਆ ਵੀ ਸਾਡੇ ਲੋਕ, ਅਸੀਂ ਆਪ ਕਹਿ ਲਓ ਵੀ ਬਾਲਗ ਮਤ ਅਧਿਕਾਰ ਤੇ ਅਸੀਂ ਵੋਟਾਂ ਪਾਉਣੇ ਆ, ਚੋਣਾਂ ਹੁੰਦੀਆਂ ਵਾ, ਠੀਕ ਆ। ਤੇ ਅਸੀਂ ਆਪਣੀ ਸਰਕਾਰ ਖੁਦ ਚੁਣਦੇ ਆ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਵਾ, ਅਸੀਂ ਸਰਕਾਰ ਮਤਲਬ ਕਿ ਸਾਡਾ ਦੇਸ਼ ਜਿਹੜਾ ਵਾ ਡੈਮੋਕ੍ਰੇਟਿਕ ਕੰਟਰੀ ਆ ਇੰਡੀਆ, ਠੀਕ ਆ, ਲੋਕਤੰਤਰੀ ਦੇਸ਼ ਆ, ਤੇ ਇਹਦੇ ਵਿੱਚ ਲੋਕ ਆਪਣੀ ਸਰਕਾਰ ਆਪ ਚੁਣਦੇ ਆ, ਠੀਕ ਆ। ਸਮਝ ਲੱਗੀ ਇੱਥੋਂ ਤੱਕ। ਤੇ ਉਸ ਤੋਂ ਬਾਅਦ ਕੀ ਹੁੰਦਾ ਵਾ ਕਿ ਉਸ ਤੋਂ ਬਾਅਦ ਹੁੰਦਾ ਵਾ ਵੀ ਜਿਵੇਂ ਜੇ ਅਸੀਂ ਸਰਕਾਰ ਚੁਣ ਲਈ ਤੇ ਅਸੀਂ ਸਰਕਾਰ ਨੂੰ ਭੰਗ ਵੀ ਕਰ ਸਕਦੇ ਹਾਂ, ਠੀਕ ਆ। ਫੋਰ ਐਗਜ਼ਾਮਪਲ ਜਿੱਦਾਂ ਹੁਣ ਮੈਂ ਮੰਨ ਲਓ ਵੀ ਪੰਜਾਬ ਦੇ ਵਿੱਚ ਹਨਾ ਵੀ ਆਮ ਆਦਮੀ ਦੀ ਸਰਕਾਰ ਆ, ਭਗਵੰਤ ਮਾਨ ਦੀ ਸਰਕਾਰ ਆ, ਹਨਾ। ਤੇ ਇਧਰੋਂ ਤਰਨਤਾਰਨ ਵਾਲੇ ਸੜਕਾਂ ਤੇ ਉਤਰ ਆਉਣ, ਗੁਰਦਾਸਪੁਰ ਵਾਲੇ ਉਤਰ ਆਉਣ, ਅੰਮ੍ਰਿਤਸਰ, ਪਟਿਆਲਾ, ਬਠਿੰਡਾ ਸਾਰੇ ਹਨਾ ਵੀ ਸੜਕਾਂ ਜਾਮ ਕਰ ਦੇਣ ਵੀ ਭਗਵੰਤ ਮਾਨ ਅਸਤੀਫਾ ਦੇਵੇ ਤੇ ਦੇਣਾ ਪਊਗਾ। ਕਿਉਂ, ਕਹਿਣ ਦਾ ਭਾਵ ਇਹ ਵੀ ਪ੍ਰਭੂ ਸੱਤਾ ਦਾ ਮਤਲਬ ਇਹ ਆ ਵੀ ਜੇ ਅਸੀਂ ਸਰਕਾਰ ਚੁਣ ਸਕਦੇ ਹਾਂ ਤੇ ਅਸੀਂ ਸਰਕਾਰ ਨੂੰ ਭੰਗ ਵੀ ਕਰ ਸਕਦੇ ਹਾਂ, ਸਰਕਾਰ ਸਾਡੇ ਪ੍ਰਤੀ ਜਵਾਬਦੇਹ ਆ, ਠੀਕ ਆ। ਸਮਝ ਲੱਗੀ। ਇਹਦਾ ਮਤਲਬ ਕੀ ਆ, ਇਹਦਾ ਮਤਲਬ ਆ ਵੀ ਵਿਕੇਂਦਰੀਕਰਨ, ਡੀਸੈਂਟਰਲਾਈਜੇਸ਼ਨ, ਵੀ ਜੇ ਸਰਕਾਰ ਚੁਣੀ ਜਾ ਸਕਦੀ, ਮਤਲਬ ਕਹਿਣ ਦਾ ਭਾਵ ਇਹ ਵੀ ਜਿਹੜੀ ਸ਼ਕਤੀ ਆ ਉਹ ਲੋਕਾਂ ਦੇ ਹੱਥ ਵਿੱਚ ਹੋਊਗੀ, ਨਾ ਕਿ ਕਿਸੇ ਇੱਕ ਰਾਜੇ ਦੇ ਹੱਥ ਵਿੱਚ। ਪਹਿਲਾਂ ਕੀ ਹੁੰਦਾ ਸੀ ਵੀ ਇੱਕ ਰਾਜਾ ਪੂਰਾ ਸਾਮਰਾਜ ਸੰਭਾਲਦਾ ਸੀ, ਰਾਜਾ ਜੋ ਵੀ ਆਰਡਰ ਥੋਪ ਦਿੰਦਾ ਸੀ, ਜੋ ਵੀ ਉਹ ਕਾਨੂੰਨ ਲਾਗੂ ਕਰ ਦਿੰਦਾ ਸੀ ਵੀ ਉਹ ਕੰਮ ਕਰਨਾ ਹੀ ਕਰਨਾ, ਚਾਹੇ ਉਹਦੇ ਵਿੱਚ ਜਨਤਾ ਦਾ ਨੁਕਸਾਨ ਹੋਵੇ, ਚਾਹੇ ਉਹਦੇ ਵਿੱਚ ਜਨਤਾ ਦਾ ਫਾਇਦਾ ਹੋਵੇ, ਠੀਕ ਆ। ਪਰ ਰਾਜੇ ਨੇ ਕਹਿਤਾ ਤੇ ਉਹ ਚੀਜ਼ ਲਾਗੂ ਹੋਣੀ ਹੀ ਹੋਣੀ, ਠੀਕ ਆ। ਜੇ ਕੰਮ ਸਾਨੂੰ ਫੋਰ ਐਗਜ਼ਾਮਪਲ ਵੀ ਰਾਜੇ ਵੱਲੋਂ ਕੋਈ ਵੀ ਆਰਡਰ ਦਿੱਤਾ ਗਿਆ ਵਾ, ਜੇ ਜਨਤਾ ਨੂੰ ਪਸੰਦ ਨਹੀਂ ਹੈਗਾ ਤੇ ਉਹ ਭੰਗ ਨਹੀਂ ਕਰ ਸਕਦੇ, ਉਹ ਇਹ ਨਹੀਂ ਕਹਿ ਸਕਦੇ ਵੀ ਅਸੀਂ ਮੰਨਣਾ ਨਹੀਂ ਆ, ਠੀਕ ਆ। ਉਹ ਕੀ ਆ, ਉਹ ਹੈਗਾ ਵਾ ਸੈਂਟਰਲਾਈਜੇਸ਼ਨ ਆ, ਉਹ ਹੈਗਾ ਵਾ ਕੇਂਦਰੀਕਰਨ, ਵੀ ਜਿਹੜੀ ਸਮੁੱਚੀ ਕਾਰਜਕਾਰੀ ਸ਼ਕਤੀ ਆ ਕਿਸੇ ਇੱਕ ਸੰਗਠਨ ਦੇ ਹੱਥ ਵਿੱਚ ਹੋਣਾ, ਇੱਧਰ ਉੱਧਰ ਕਿਸੇ ਦਾ ਵੀ ਮਤਲਬ ਵੀ ਉਹਦੇ ਵਿੱਚ ਉਹ ਜਿਹੜਾ ਕੋਈ ਵੀ ਪਾਰਟੀਕੂਲਰ ਕੋਈ ਸੰਗਠਨ ਆ ਉਹ ਕਹਿ ਲਓ ਵੀ ਜ਼ਿੰਮੇਵਾਰ ਨਹੀਂ ਹੈਗਾ, ਜਾਂ ਕਹਿ ਲਓ ਵੀ ਉਹ ਜ਼ਿੰਮੇਵਾਰ ਤਾਂ ਚਲੋ ਹੋਊਗਾ ਪਰ ਜਵਾਬਦੇਹ ਨਹੀਂ ਹੋਊਗਾ। ਸਮਝ ਲੱਗੀ ਤੁਹਾਨੂੰ ਇਹਨਾਂ ਦੋਵਾਂ ਸ਼ਬਦਾਂ ਦੀ ਜਿਹੜਾ ਮੀਨਿੰਗ ਆ, ਠੀਕ ਆ। ਤੇ ਇਹਦੇ ਵਿੱਚ ਕੀ ਹੁੰਦਾ ਵਾ, ਇਹਨਾਂ ਸ਼ਬਦਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ। ਤੇ ਹੁਣ ਵੇਖੋ ਇਹਦੇ ਵਿੱਚ ਦੂਜਾ ਪੁਆਇੰਟ ਕੀ ਆ, ਵੀ ਜਿਹੜਾ ਕੇਂਦਰੀਕਰਨ ਸੀ, ਕੇਂਦਰੀਕਰਨ ਜਾਨੀ ਕਿ ਸੈਂਟਰਲਾਈਜੇਸ਼ਨ ਦਾ ਖਾਤਮਾ ਅਤੇ ਵਿਕੇਂਦਰੀਕਰਨ ਜਿਹਨੂੰ ਤੁਸੀਂ ਇੰਗਲਿਸ਼ ਵਿੱਚ ਡੀਸੈਂਟਰਲਾਈਜੇਸ਼ਨ ਦੀ ਸ਼ੁਰੂਆਤ, ਠੀਕ ਆ। ਤੁਹਾਨੂੰ ਦੋਵਾਂ ਦਾ ਮਤਲਬ ਪਤਾ ਲੱਗ ਗਿਆ ਨਾ। ਹਾਂਜੀ, ਐਂਡ ਦਾ ਮਤਲਬ ਆ
ਵੀ ਸਰਕਾਰ ਸਾਡੇ ਪ੍ਰਤੀ ਜਵਾਬਦੇਹ ਆ। ਜੇ ਸਾਨੂੰ ਕੋਈ ਕਾਨੂੰਨ ਜਾਂ ਕੋਈ ਵੀ ਲਾਅ, ਕੋਈ ਵੀ ਆਰਡਰ ਸਾਡੇ ਫੇਵਰ ਦੇ ਵਿੱਚ ਨਹੀਂ ਹੈਗਾ, ਸਾਨੂੰ ਲੱਗਦਾ ਵੀ ਉਹਦੇ ਵਿੱਚ ਸਾਡਾ ਕੋਈ ਨੁਕਸਾਨ ਆ, ਤੇ ਉਹ ਚੀਜ਼ ਨੂੰ ਅਸੀਂ ਭੰਗ ਕਰ ਦੇਣਾ, ਖਤਮ ਕਰ ਦੇਣਾ, ਉਹਦਾ ਵਿਰੋਧ ਕਰਨਾ। ਠੀਕ ਆ, ਉਹ ਡੀਸੈਂਟਰਲਾਈਜੇਸ਼ਨ ਆ। ਉਹਦੀ ਸ਼ੁਰੂਆਤ ਇਸ ਐਕਟ ਦੇ ਤਹਿਤ ਹੋਈ ਸੀ। ਠੀਕ ਹੈ, ਭਾਰਤੀ ਕੌਂਸਲ ਐਕਟ 1861। ਤੇ ਸੈਂਟਰਲਾਈਜੇਸ਼ਨ ਜਿਹਦੇ ਵਿੱਚ ਲੋਕਾਂ ਨੂੰ ਮਤਲਬ ਕਿ ਕੋਈ ਜਵਾਬ ਨਹੀਂ ਮਿਲਦਾ ਉਹਨਾਂ ਦੇ ਹੱਕਾਂ ਦਾ, ਵੀ ਕੀ ਚੀਜ਼ ਉਹਨਾਂ ਦੀ ਸਹੀ ਆ ਕੀ ਗਲਤ ਆ, ਬਸ ਜੋ ਆਰਡਰ ਹੈਗਾ ਉਹ ਥੋਪਤਾ, ਯਾਨੀ ਕਿ ਸਮੁੱਚੀ ਸ਼ਕਤੀ ਜਿਹੜੀ ਹੈ ਕਿਸੇ ਇੱਕ ਸੰਗਠਨ ਦੇ ਹੱਥ ਵਿੱਚ ਹੋਣਾ। ਠੀਕ ਆ, ਉਹ ਚੀਜ਼ ਜਿਹੜੀ ਸੀਗੀ ਸੈਂਟਰਲਾਈਜੇਸ਼ਨ, ਇਹਦਾ ਖਾਤਮਾ ਕਰਤਾ ਸੀਗਾ। ਇਹਦੀ ਸ਼ੁਰੂਆਤ ਰੈਗੂਲੇਟਿੰਗ ਐਕਟ ਦੇ ਤਹਿਤ ਹੋਈ ਸੀ। ਪਰ ਇਸ ਐਕਟ ਭਾਰਤੀ ਕੌਂਸਲ ਐਕਟ 1861 ਦੇ ਵਿੱਚ ਜਿਹੜਾ ਵਾ ਸੈਂਟਰਲਾਈਜੇਸ਼ਨ ਨੂੰ ਖਤਮ ਕਰ ਦਿੱਤਾ ਗਿਆ ਤੇ ਡੀਸੈਂਟਰਲਾਈਜੇਸ਼ਨ ਦੀ ਸ਼ੁਰੂਆਤ ਹੋਈ। ਉਸ ਤੋਂ ਬਾਅਦ ਆਪਣਾ ਅਗਲਾ ਪੁਆਇੰਟ ਹੈਗਾ ਵਾ, ਠੀਕ ਆ, ਵੀ ਐਮਰਜੈਂਸੀ ਦਾ ਤੁਹਾਨੂੰ ਪਤਾ ਨਾ ਐਮਰਜੈਂਸੀ ਕੀ ਹੁੰਦੀ ਆ, ਆਪਾਂ ਪੋਲੀਟੀਕਲ ਦੇ ਵਿੱਚ ਅੱਗੇ ਜਾ ਕੇ ਪੜਾਂਗੇ। ਠੀਕ ਆ, ਵੀ ਐਮਰਜੈਂਸੀ ਜਿਵੇਂ ਹੁਣ ਪ੍ਰੈਜ਼ੀਡੈਂਟ ਦੇ ਹੱਥ ਵਿੱਚ ਐਮਰਜੈਂਸੀ ਜੋ ਵੀ ਆ ਨਾ, ਵੀ ਦੇਸ਼ ਦੇ ਵਿੱਚ ਐਮਰਜੈਂਸੀ ਲੱਗ ਸਕਦੀ, ਜਾਂ ਕੋਈ ਲੜਾਈ ਝਗੜਾ ਹੁੰਦਾ ਵਾ, ਕੋਈ ਇੱਧਰੋਂ ਬਾਹਰੀ ਡਿਸਟਰਬੈਂਸ ਹੁੰਦੀ ਆ ਤੇ ਸਾਡੇ ਦੇਸ਼ ਵਿੱਚ ਐਮਰਜੈਂਸੀ ਲੱਗ ਜਾਂਦੀ ਆ। ਪਰ ਉਹ ਇਸ ਸਮੇਂ ਕੀ ਸੀਗਾ ਵੀ ਐਮਰਜੈਂਸੀ ਦੇ ਦੌਰਾਨ, ਠੀਕ ਆ, ਲਿਖ ਲਓ, ਐਮਰਜੈਂਸੀ ਦੇ ਦੌਰਾਨ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਕਿਹਦੇ ਕੋਲ ਹੋਊਗੀ? ਆਪਾਂ ਕਿਹੜਾ ਅਹੁਦਾ ਪੜਿਆ ਸੀ? ਵਾਇਸਰਾਏ ਦਾ ਅਹੁਦਾ। ਠੀਕ ਆ, ਐਮਰਜੈਂਸੀ ਦੌਰਾਨ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਕਿਹਦੇ ਕੋਲ ਹੋਊਗੀ? ਵਾਇਸਰਾਏ। ਠੀਕ ਆ, ਵਾਇਸਰਾਏ ਕੋਲ ਹੋਵੇਗੀ। ਠੀਕ ਆ, ਇਹ ਨੇ ਸਾਡੇ 3 ਇੰਪੋਰਟੈਂਟ ਪੁਆਇੰਟ ਭਾਰਤੀ ਕੌਂਸਲ ਐਕਟ 1861 ਦੇ। ਠੀਕ ਆ, ਰਿਪੀਟ ਕਰਦੇ ਇੱਕ ਵਾਰੀ ਆਪਾਂ, ਕਿਉਂਕਿ ਰਿਪੀਟਡਲੀ ਚੀਜ਼ਾਂ ਨੂੰ ਪੜ੍ਹਦੇ ਆ ਜਦੋਂ ਅਸੀਂ, ਤੇ ਸਾਨੂੰ ਇਹਨਾਂ ਨੂੰ ਰੱਟਾ ਨਹੀਂ ਲਾਉਣਾ ਪੈਂਦਾ। ਠੀਕ ਆ, ਸੋ ਇਸੇ ਤਰੀਕੇ ਦੇ ਨਾਲ ਆਪਾਂ ਪੜ੍ਹਦੇ ਜਾਣਾ ਵਾ ਤੇ ਆਪਾਂ ਕਰਨਾ ਵਾ ਪੈਡਾਗੋਜੀ ਤੇ ਅਮਲ। ਠੀਕ ਆ, ਪੈਡਾਗੋਜੀ ਦਾ ਮਤਲਬ ਕੀ ਆ? ਠੀਕ ਆ, ਵੀ ਬੱਚਿਆਂ ਨੂੰ ਪੜ੍ਹਾਉਣਾ ਕਿਵੇਂ ਆ। ਠੀਕ ਆ, ਹੁਣ ਇੱਥੇ ਮੈਂ ਕਹੀ ਜਾਵਾਂ ਵੀ ਰੱਟੇ ਲਾ ਕੇ ਪੜ੍ਹ ਲਓ, ਆ 3 ਪੁਆਇੰਟ ਨੂੰ ਰੱਟਾ ਲਾ ਲਓ, ਪੜ੍ਹ ਲਓ, ਤੇ ਇਦਾਂ ਨਹੀਂ ਕਰਨਾ। ਵੀ ਚੀਜ਼ਾਂ ਦੀ ਵਾਰ-ਵਾਰ ਤੁਸੀਂ ਦੁਹਰਾਈ ਕਰਨੀ ਆ, ਫਿਰ ਆਪਣੇ ਆਪ ਤੁਹਾਨੂੰ ਸਾਰੇ ਐਕਟ, ਕਿਹੜੇ ਐਕਟ ਦੇ ਵਿੱਚ ਕੀ ਹੋਇਆ, ਸਾਰਾ ਕੁਝ ਤੁਹਾਨੂੰ ਆਉਣ ਲੱਗ ਜੂਗਾ। ਸੋ ਪਹਿਲਾ ਪੁਆਇੰਟ ਇਹਦੇ ਵਿੱਚ ਕੀ ਸੀਗਾ ਵੀ ਭਰਤੀਆਂ ਵਿੱਚ ਭਾਰਤੀ ਸੈਨਿਕਾਂ ਦੀ ਹਿੱਸੇਦਾਰੀ ਹੋਣ ਲੱਗੀ ਸੀ ਇਸ ਐਕਟ ਦੇ ਤਹਿਤ। ਉਸ ਤੋਂ ਬਾਅਦ ਦੂਜਾ ਪੁਆਇੰਟ ਮੈਂ ਸੈਂਟਰਲਾਈਜੇਸ਼ਨ ਤੇ ਡੀਸੈਂਟਰਲਾਈਜੇਸ਼ਨ ਦਾ ਤੁਹਾਨੂੰ ਮੀਨਿੰਗ ਚੰਗੀ ਤਰ੍ਹਾਂ ਸਮਝਾਤਾ। ਇਹਦੇ ਵਿੱਚ ਸੈਂਟਰਲਾਈਜੇਸ਼ਨ ਦਾ ਖਾਤਮਾ ਹੋਇਆ ਸੀ, ਜਿਹੜਾ ਕਿ ਸ਼ੁਰੂ ਕਿਹਦੇ ਵਿੱਚ ਹੋਇਆ ਸੀ? ਰੈਗੂਲੇਟਿੰਗ ਐਕਟ 1773 ਦੇ ਵਿੱਚ ਕੇਂਦਰੀਕਰਨ ਦੀ ਸ਼ੁਰੂਆਤ ਹੋਈ, ਜਿਹੜੀ ਕਿ ਭਾਰਤੀ ਕੌਂਸਲ ਐਕਟ 1861 ਦੇ ਵਿੱਚ ਆ ਕੇ ਖਤਮ ਹੋ ਗਈ ਤੇ ਡੀਸੈਂਟਰਲਾਈਜੇਸ਼ਨ ਦੀ ਸ਼ੁਰੂਆਤ ਹੋ ਗਈ। ਉਸ ਤੋਂ ਬਾਅਦ ਤੀਜਾ ਆਪਣਾ ਮੋਸਟ ਇੰਪੋਰਟੈਂਟ ਪੁਆਇੰਟ ਸੀ ਵੀ ਜੇ ਕੋਈ ਐਮਰਜੈਂਸੀ ਲੱਗਦੀ ਆ ਤੇ ਐਮਰਜੈਂਸੀ ਦੇ ਦੌਰਾਨ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਵਾਇਸਰਾਏ ਕੋਲ ਹੋਵੇਗੀ। ਠੀਕ ਹੈ, ਇਹ ਸੀ ਆਪਣਾ ਭਾਰਤੀ ਕੌਂਸਲ ਐਕਟ 1861। ਉਸ ਤੋਂ ਬਾਅਦ ਸਾਡਾ ਆਉਂਦਾ ਵਾ ਭਾਰਤੀ ਕੌਂਸਲ ਐਕਟ 1919, ਜਿਹਨੂੰ ਅਸੀਂ 1919 ਮਾਰਲੇ ਮਿੰਟੋ ਸੁਧਾਰ ਕਹਿੰਦੇ ਆ। ਠੀਕ ਹੈ, ਮਾਰਲੇ ਮਿੰਟੋ ਸੁਧਾਰ। ਜਿਹੜਾ ਮੈਂ ਅਗਲਾ ਤੁਹਾਨੂੰ ਮੈਂ ਇਹ ਨਾ, ਜਦੋਂ ਆਪਾਂ ਬ੍ਰਿਟਿਸ਼ ਕਰਾਊਨ ਦੇ ਐਕਟ ਜਦੋਂ ਆਪਾਂ ਪੜ੍ਹਦੇ ਆ ਨਾ, ਮੈਂ ਤੁਹਾਨੂੰ ਦੱਸਿਆ ਸੀਗਾ ਉਸ ਦਿਨ ਪਾਰਟ 1 ਦੇ ਵਿੱਚ ਵੀ ਇਹਦੇ ਵਿੱਚ ਆਪਣੇ ਵੈਸੇ 3 ਤੋਂ 4 ਐਕਟ ਜਿਹੜੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਜਿਹੜਾ ਆਪਣਾ ਤੀਜਾ ਐਕਟ ਆ ਨਾ, ਤੀਜਾ ਮਾਰਲੇ ਮਿੰਟੋ ਸੁਧਾਰ, ਮਾਰਲੇ ਮਿੰਟੋ ਸੁਧਾਰ 1919। ਇਹ ਐਕਟ ਵੀ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਆ ਨਾ ਵੀ ਇਹਦੇ ਵਿੱਚੋਂ ਕੁਐਸਚਨ ਜਿਹੜਾ ਵਾ ਕਹਿ ਲਓ ਵੀ ਮਾਡਰਨ ਹਿਸਟਰੀ ਦੇ ਵਿੱਚ ਵੀ ਆ ਜਾਂਦਾ ਵਾ ਤੇ ਇੰਡੀਅਨ ਪੋਲੀਟਿਕਸ ਦੇ ਵਿੱਚ ਵੀ ਇਹ ਜਿਹੜਾ ਕੁਐਸਚਨ ਆ ਸਕਦਾ ਵਾ। ਠੀਕ ਆ, ਇਹ ਜਿਹੜਾ ਐਕਟ ਆ ਨਾ, ਜਿਹੜਾ ਮਾਰਲੇ ਮਿੰਟੋ ਸੀ, ਇੱਕ ਅੰਗਰੇਜ਼ ਅਧਿਕਾਰੀ ਸੀ, ਉਹਦਾ ਨਾਮ ਸੀ। ਠੀਕ ਆ, ਅੰਗਰੇਜ਼ ਅਧਿਕਾਰੀ ਸੀ ਮਾਰਲੇ ਮਿੰਟੋ। ਠੀਕ ਆ, ਇਹ ਐਕਟ ਜਿਹੜਾ ਸੀਗਾ ਮੰਨ ਕੇ ਚੱਲੋ ਵੀ ਜਿਹੜੇ ਵੱਖਵਾਦ ਦੇ ਬੀਜ ਬੀਜੇ, ਜਾਂ ਕਹਿ ਲਓ ਵੀ ਸਾਡਾ ਦੇਸ਼ 1947 ਦੇ ਵਿੱਚ 2 ਹਿੱਸਿਆਂ ਦੇ ਵਿੱਚ
ਵੰਡਿਆ ਗਿਆ, ਕੀ ਕੁਛ ਹੋਇਆ। ਅੱਜ ਸਾਡਾ ਲਾਹੌਰ ਸਾਡੇ ਤੋਂ ਅਲੱਗ ਆ, ਸਾਡਾ ਨਨਕਾਣਾ ਸਾਹਿਬ ਸਾਡੇ ਤੋਂ ਅਲੱਗ ਆ, ਭਾਵੇਂ ਕਿ ਦਿਲੋਂ ਕੋਈ ਅਲੱਗ ਨਹੀਂ ਕਰ ਸਕਦਾ। ਅੱਜ ਵੀ ਅਸੀਂ ਟਿਕਟਾਂ ਕਰਾ ਕੇ ਅਸੀਂ ਜਾਂਦੇ ਹਾਂ ਨਨਕਾਣਾ ਸਾਹਿਬ ਮੱਥਾ ਟੇਕਣ, ਦਰਸ਼ਨਾਂ ਵਾਸਤੇ ਜਾਂਦੇ ਹਾਂ। ਪਰ ਇੱਕ ਚੀਜ਼ ਇਹ ਵੀ ਸੋਚਣ ਵਾਲੀ ਆ ਵੀ ਉਹ ਕਿਤੇ ਨਾ ਕਿਤੇ ਸਾਡੇ 'ਚ ਸੀਗਾ, ਕਿਤੇ ਨਾ ਕਿਤੇ ਉਹ ਸਾਡਾ ਸੀਗਾ, ਹੈ ਤਾਂ ਅੱਜ ਵੀ ਸਾਡਾ, ਵੀ ਕੋਈ ਦਿਲੋਂ ਅਲੱਗ ਨਹੀਂ ਕਰ ਸਕਦਾ। ਪਰ ਜੇ ਸਾਡਾ ਲਾਹੌਰ ਸਾਡੇ ਤੋਂ ਵੱਖ ਆ, ਠੀਕ ਆ, ਸਾਡਾ ਨਨਕਾਣਾ ਸਾਹਿਬ ਸਾਡੇ ਤੋਂ ਵੱਖ ਆ, ਤੇ ਉਹ ਇਹ ਵਾਲੇ ਐਕਟ ਦਾ ਕਰਕੇ ਹੋਇਆ। ਠੀਕ ਆ, ਵੀ ਵੱਖਵਾਦ ਦੇ ਬੀਜ ਜਿਹੜੇ ਆ ਇਹ ਵਾਲੇ ਐਕਟ ਨੇ ਜਿਹੜੇ ਸੀਗੇ ਬੀਜੇ ਸੀ। ਕਿਵੇਂ ਬੀਜੇ ਸੀ ਆਪਾਂ ਕਰਦੇ ਆ ਵੀ ਇਸ ਐਕਟ ਨੇ ਕੀ ਕੀਤਾ, ਇਸ ਐਕਟ ਨੇ ਕੀ ਕੀਤਾ ਵੀ ਮੁਸਲਮਾਨਾਂ ਦੀਆਂ ਅਲੱਗ ਤੋਂ ਚੋਣਾਂ, ਮੁਸਲਮਾਨਾਂ ਦੀਆਂ ਅਲੱਗ ਤੋਂ ਚੋਣਾਂ। ਠੀਕ ਹੈ, ਤੁਸੀਂ ਆਪ ਹਿਸਾਬ ਲਾ ਲਓ ਇਸ ਲਾਈਨ ਤੋਂ ਵੀ ਵੱਖਵਾਦ ਦੇ ਬੀਜ ਬੀਜੇ ਇਸੇ ਐਕਟ ਨੇ ਮਾਰਲੇ ਮਿੰਟੋ ਸੁਧਾਰ ਨੇ। ਠੀਕ ਆ, ਸੁਧਾਰ ਤਾਂ ਕੋਈ ਨਹੀਂ ਆ, ਮੈਂ ਇਸ ਚੀਜ਼ ਨੂੰ ਸੁਧਾਰ ਨਹੀਂ ਮੰਨਦੀ, ਪਰ ਐਕਟ ਦੇ ਵਿੱਚ ਤਾਂ ਸੁਧਾਰ ਲਿਖਿਆ ਹੋਇਆ। ਠੀਕ ਆ, ਤੇ ਪੜ੍ਹਨਾ ਹੀ ਪੈਣਾ ਆਪਾਂ ਨੂੰ ਇਸੇ ਤਰੀਕੇ ਦੇ ਨਾਲ। ਠੀਕ ਆ, ਇਸ ਐਕਟ ਨੇ ਕੀ ਕੀਤਾ ਵੀ ਇਹਨਾਂ ਨੇ ਮੁਸਲਮਾਨਾਂ ਦੀਆਂ ਚੋਣਾਂ ਅਲੱਗ ਤੋਂ ਕਰਵਾਤੀਆਂ। ਠੀਕ ਆ, ਫਿਰ ਹੌਲੀ ਹੌਲੀ ਕਿਹੜਾ ਸੀਗਾ, ਕਹਿ ਲਓ ਵੀ ਜਿੱਦਾਂ ਆਪਾਂ ਪਾੜੋ ਤੇ ਰਾਜ ਕਰੋ ਦੀ ਨੀਤੀ ਅੰਗਰੇਜ਼ਾਂ ਦੀ ਪੜ੍ਹਦੇ ਆ, ਇਸ ਐਕਟ ਨੇ ਵੀ ਉਹੀ ਕੰਮ ਕੀਤਾ, ਪਾੜੋ ਤੇ ਰਾਜ ਕਰੋ। ਠੀਕ ਆ, ਮਤਲਬ ਵੱਖਵਾਦ ਦੇ ਬੀਜ ਬੀਜਤੇ ਤੇ ਮੁਸਲਮਾਨਾਂ ਦੀਆਂ ਅਲੱਗ ਚੋਣਾਂ ਕਰਵਾਤੀਆਂ, ਤੇ ਫਿਰ ਹੌਲੀ ਹੌਲੀ ਕਹਿ ਵੀ ਮੁਸਲਮਾਨ ਇਹਨਾਂ ਦੀ ਮੰਗ ਹੀ ਹੋ ਗਈ ਵੀ ਸਾਨੂੰ ਜੀ ਸਾਡਾ ਅਲੱਗ ਸੂਬਾ ਬਣਾ ਕੇ ਦਿਓ, ਤੇ ਅਲੱਗ ਸੂਬਾ ਫਿਰ ਇਹਨਾਂ ਨੇ ਬਣਾਤਾ, ਤੇ ਫਿਰ ਸਾਡਾ ਭਾਰਤ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਠੀਕ ਆ, ਇਹ ਗੱਲ ਇਹਦੀ ਜਿਹੜੀ ਆ ਬਹੁਤ ਜ਼ਿਆਦਾ ਹੈਗੀ ਹੈ ਇੰਪੋਰਟੈਂਟ, ਮਾਰਲੇ ਮਿੰਟੋ ਸੁਧਾਰ ਦੀ। ਠੀਕ ਆ, ਉਸ ਤੋਂ ਬਾਅਦ ਜਦੋਂ ਅਸੀਂ 1853 ਦਾ, ਜਦੋਂ ਮੈਂ ਤੁਹਾਨੂੰ 1853 ਦਾ ਚਾਰਟਰ ਐਕਟ ਪੜ੍ਹਾਇਆ ਸੀ, ਠੀਕ ਹੈ, 1853 ਦਾ ਚਾਰਟਰ ਐਕਟ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਬੜੀ ਇੰਪੋਰਟੈਂਟ ਦੱਸੀ ਵੀ ਵਿਧਾਨ ਪਾਲਿਕਾ ਜਿਹੜੀ ਆ ਉਹਦਾ ਸਾਡਾ ਨਿਰਮਾਣ ਹੋਇਆ ਸੀ 1853 ਐਕਟ ਦੇ ਤਹਿਤ। ਠੀਕ ਹੈ, ਪਰ ਕੱਲੀ ਵਿਧਾਨ ਪਾਲਿਕਾ ਦਾ ਨਿਰਮਾਣ ਹੋਇਆ ਸੀ, ਪਰ ਜਿਹੜਾ ਮਾਰਲੇ ਮਿੰਟੋ ਸੁਧਾਰ ਆ ਇਹਦੇ ਵਿੱਚ ਆ ਕੇ ਵਿਧਾਨ ਪਾਲਿਕਾ ਦੀਆਂ ਚੋਣਾਂ ਹੋਈਆਂ ਸੀ। ਠੀਕ ਆ, ਵਿਧਾਨ ਪਾਲਿਕਾ ਦੀਆਂ ਚੋਣਾਂ, ਵਿਧਾਨ ਪਾਲਿਕਾ ਦੀਆਂ ਚੋਣਾਂ। ਠੀਕ ਹੈ, 1 ਸੈਕਿੰਡ ਵੇਟ ਕਰਨਾ। ਹਾਂਜੀ, ਠੀਕ ਹੈ, ਵਿਧਾਨ ਪਾਲਿਕਾ ਦਾ ਨਿਰਮਾਣ ਜਿਹੜਾ ਸੀਗਾ 1853 ਦੇ ਐਕਟ ਦੇ ਵਿੱਚ ਹੋਇਆ, ਪਰ ਜਿਹੜਾ ਇਹਦੀਆਂ ਚੋਣਾਂ ਸੀਗੀਆਂ ਉਹਦਾ ਚੋਣਾਂ ਦਾ ਪ੍ਰਬੰਧ ਜਿਹੜਾ ਸੀਗਾ ਮਾਰਲੇ ਮਿੰਟੋ ਸੁਧਾਰ ਦੇ ਵਿੱਚ ਆ ਕੇ ਹੋਇਆ ਸੀਗਾ। ਉਸ ਤੋਂ ਬਾਅਦ ਜਿਹੜਾ ਤੀਜਾ ਪੁਆਇੰਟ ਆ ਨਾ, ਤੀਜਾ ਪੁਆਇੰਟ ਕਹਿੰਦਾ ਵੈਸੇ ਇੰਪੋਰਟੈਂਟ ਨਹੀਂ ਹੈਗਾ, ਪਰ ਆਪਾਂ ਚਲੋ ਕਰ ਲੈਂਦੇ ਆ ਮੋਟੇ ਤੌਰ ਤੇ, ਤੁਸੀਂ ਯਾਦ ਰੱਖ ਲਿਓ, ਸੰਪਰਦਾਇਕਤਾ। ਠੀਕ ਆ, ਸੰਪਰਦਾਇਕਤਾ ਪ੍ਰਤੀਨਿਧਤਾ ਦੀ ਸ਼ੁਰੂਆਤ। ਠੀਕ ਆ, ਨਾਲ ਤੁਸੀਂ ਇਹ ਵੀ ਲਿਖ ਲਓ ਵੀ ਸੰਪਰਦਾਇਕ ਦਾ ਮਤਲਬ ਇਹ ਸੀ ਵੀ ਧਰਮਾਂ ਦੇ ਆਧਾਰ ਤੇ ਵਿਤਕਰੇ ਪਾ ਤੇ ਲੋਕਾਂ ਦੇ ਵਿੱਚ, ਹਿੰਦੂਆਂ ਦੇ ਵਿੱਚ, ਮੁਸਲਮਾਨਾਂ ਦੇ ਵਿੱਚ। ਠੀਕ ਆ, ਬਹੁਤ ਕੁਛ ਇਸ ਐਕਟ ਦੇ ਤਹਿਤ ਹੋਇਆ ਏ। ਠੀਕ ਆ, ਇਹਨਾਂ ਨੇ ਕੀ ਕੀਤਾ ਕਿ ਸੰਪਰਦਾਇਕਤਾ ਪ੍ਰਤੀਨਿਧਤਾ ਦੀ ਸ਼ੁਰੂਆਤ ਹੋਈ ਸੀ, ਤੇ ਉਸ ਸਮੇਂ ਫਿਰ ਵਾਇਸਰਾਏ ਕੌਣ ਸੀਗਾ, ਉਸ ਸਮੇਂ ਵਾਇਸਰਾਏ ਤੁਸੀਂ ਬ੍ਰੈਕਟ ਦੇ ਵਿੱਚ ਲਿਖ ਲਓ ਸਤਿੰਦਰ ਪ੍ਰਸਾਦ ਸ਼ਰਮਾ। ਠੀਕ ਆ, ਇਹ ਵਾਇਸਰਾਏ ਸੀਗਾ ਉਸ ਸਮੇਂ। ਠੀਕ ਆ, ਇਹ ਵਾਇਸਰਾਏ ਸੀਗਾ। ਠੀਕ ਆ, ਇਹ ਹੈਗਾ ਆਪਣਾ ਮਾਰਲੇ ਮਿੰਟੋ ਸੁਧਾਰ 1919। ਠੀਕ ਆ, ਉਸ ਤੋਂ ਬਾਅਦ ਜਿਹੜੇ ਹੈਗੇ ਆ ਆਪਣੇ 3 ਐਕਟ ਜੇ ਬਾਕੀ ਨੇ, ਕਿਉਂਕਿ ਇਹ ਐਕਟ ਜਿਹੜੇ ਆ ਇਹਨਾਂ ਦੇ ਵਿੱਚ ਬਹੁਤ ਹੀ ਜ਼ਿਆਦੀਆਂ ਗੱਲਾਂ ਵਾ, ਐਦਾਂ ਦੀਆਂ ਇੰਪੋਰਟੈਂਟ ਗੱਲਾਂ
ਕਿ ਜਿਹੜੀਆਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਣੀਆਂ ਪੈਣੀਆਂ ਵਾ ਤੇ ਤੁਹਾਨੂੰ ਸੁਣ ਕੇ ਹੀ ਸਮਝ ਲੱਗ ਜਾਣੀ ਆ ਵੀ ਕਿਹੜੇ ਐਕਟ ਦੇ ਵਿੱਚ ਕੀ ਹੈਗਾ ਵਾ। ਇਸ ਕਰਕੇ ਆਪਣੇ ਇਸ ਬ੍ਰਿਟਿਸ਼ ਕਰਾਊਨ ਦੇ ਐਕਟ ਆਪਾਂ ਕਰ ਰਹੇ ਆ ਪਾਰਟ ਦੂਜੇ ਦੇ ਵਿੱਚ, ਆਪਣਾ ਪਾਰਟ ਦੂਜਾ ਵਾ ਇਹ, ਠੀਕ ਆ। ਤੇ ਇਹਦੇ ਵਿੱਚ ਆਪਣੇ 3, ਠੀਕ ਆ, 3 ਐਕਟ ਆਪਣੇ ਕੰਪਲੀਟ ਹੋ ਚੁੱਕੇ ਆ ਤੇ 3 ਐਕਟ ਆਪਣੇ ਅਜੇ ਬਾਕੀ ਨੇ ਤੇ ਉਹ ਆਪਾਂ ਨੂੰ ਪਾਰਟ 3 ਵੀ ਬਣਾਉਣਾ ਹੀ ਪੈਣਾ ਵਾ, ਠੀਕ ਆ। ਤੇ ਆਪਾਂ ਪਾਰਟ 3 ਦੇ ਵਿੱਚ ਕਰਦੇ ਆ ਅਗਲੇ 3 ਐਕਟ ਤੇ ਧਿਆਨ ਦੇ ਨਾਲ ਪਾਰਟ 1 ਪਾਰਟ 2 ਦੇਖ ਲੈਣਾ ਵਾ ਤੇ ਪਾਰਟ 3 ਲੈ ਕੇ ਆਪਾਂ ਜਲਦੀ ਆਉਣੇ ਆ। ਸਤਿ ਸ਼੍ਰੀ ਅਕਾਲ।